ਗੁਰਬਾਣੀ ਸੰਵਾਦ ਵਿਦ ਭਾਈ ਜਸਬੀਰ ਸਿੰਘ ਅਤੇ ਕੈਨੇਡੀਅਨ ਸਿੱਖ ਸਟੱਡੀ ਸੈਂਟਰ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਡਾਕਟਰ ਜਗਜੀਤ ਸਿੰਘ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਸ਼ੁਕਰਗੁਜ਼ਾਰ ਹਾਂ ਸਾਰੇ ਦਰਸ਼ਕਾਂ ਦਾ ਜਿਹੜੇ ਸਾਨੂੰ ਦੇਖਦੇ ਆ ਔਰ ਲਾਈਕ ਕਰਦੇ ਆ, ਕਮੈਂਟਸ ਭੇਜਦੇ ਆ ਔਰ ਉਹਨਾਂ ਨੂੰ ਅੱਗੇ ਪਾਸ ਔਨ ਕਰਦੇ ਆ। ਤੇ ਇਹਨੂੰ ਵਧਾਵਾ ਦੇਣ ਲਈ ਹੋਰ ਇਹਨੂੰ ਅੱਗੇ ਤੁਸੀਂ ਪਲੀਜ਼ ਲਾਈਕ ਸ਼ੇਅਰ ਤੇ ਐਡਵਾਂਸ ਕਰਿਆ ਕਰੋ। ਇਸ ਚੈਨਲ ਦਾ ਮਕਸਦ ਹੈ ਕਿ ਜਿਹੜੀ ਸਾਡੇ ਵਿੱਚ ਸਿੱਖੀ ਦੇ ਵਿੱਚ ਕੁਰੀਤੀਆਂ ਆਈਆਂ ਹੋਈਆਂ ਰੀਤੀ ਰਿਵਾਜ ਆ ਉਹਨਾਂ ਬਾਰੇ ਅਸੀਂ ਗੱਲ ਕਰਦੇ ਹਾਂ, ਗੁਰਬਾਣੀ ਅਨੁਸਾਰ ਉਹਦੇ ਸਾਰਾ ਕਰਨ ਦੀ ਪ੍ਰੇਰਨਾ ਦਿੰਦੇ ਹਾਂ। ਇਹਦੇ 'ਚ ਸਾਡਾ ਸਾਥ ਦਿੰਦੇ ਆ ਭਾਈ ਜਸਬੀਰ ਸਿੰਘ ਜੀ। ਭਾਈ ਸਾਹਿਬ ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜੀ ਪਲੇਲਿਸਟ ਚੱਲ ਰਹੀ ਹੈ, ਕਈ ਪਿਛਲੀਆਂ ਸੀਰੀਜ਼ ਤੋਂ ਚਲਾ ਰਹੇ ਹਾਂ, ਇਹ ਸਾਡੇ ਅੰਤਿਮ ਸੰਸਕਾਰ ਨਾਲ ਰਿਲੇਟਡ ਹੈ। ਅਸੀਂ ਬੜੇ ਪਹਿਲੂ ਤੋਂ ਡਿਫਰੈਂਟ ਡਿਟੇਲਡ ਵਿੱਚ ਇਹਦੇ ਬਾਰੇ ਕਈ ਗੱਲਾਂ ਕਰ ਚੁੱਕੇ ਹਾਂ। ਅੱਜ ਜਿਹੜੀ ਅਸੀਂ ਅੱਗੇ ਗੱਲ ਉਸੇ ਨੂੰ ਤੋੜਦੇ ਹੋਏ ਜਿਹੜੇ ਕੁਐਸਚਨਸ ਵੀ ਆਉਂਦੇ ਆ ਜਾਂ ਉਸੇ ਬਾਰੇ ਗੱਲ ਹੁੰਦੀ ਹੈ ਉਹਨਾਂ ਬਾਰੇ ਗੱਲ ਕਰਾਂਗੇ। ਭਾਈ ਸਾਹਿਬ, ਅਸੀਂ ਗੱਲ ਕੀਤੀ ਸੀ ਪਿਛਲੇ ਵਾਰੀ ਸਰਾਧਾਂ ਦੀ, ਤੇ ਉਹਦਾ ਅਸੀਂ ਹਿਸਟੋਰੀਕਲ ਪੱਖ ਵੀ ਲਿੱਤਾ ਸੀ ਤੇ ਗੁਰਬਾਣੀ ਦਾ ਪੱਖ ਵੀ ਲਿੱਤਾ ਸੀ ਜੀ। ਅੱਜ ਅਸੀਂ ਜਿਹੜੇ ਕੁਝ ਹੋਰ ਹੈਗੇ ਆ ਹਿਸਟਰੀ ਦੇ ਵਿੱਚ ਤੇ ਸਾਡੇ ਗ੍ਰੰਥਾਂ ਵਿੱਚ ਕਪਾਲ ਕਿਰਿਆ ਬਾਰੇ ਜਾਂ ਹੋਰ ਕਿਰਿਆ ਬਾਰੇ ਜਾਂ ਕਈ ਪਿੰਡ ਭਰਨ ਬਾਰੇ, ਇਹਦੇ ਬਾਰੇ ਕਈ ਵਿੱਚ ਵਿਖਿਆਨ ਮਿਲਦੇ ਆ ਸਾਨੂੰ। ਸੋ ਅਸੀਂ ਇਹਦਾ ਸ਼ਰਾਧ ਦੇ ਬਾਰੇ ਤਾਂ ਗੱਲ ਕੀਤੀ, ਅੱਜ ਇਸ ਦੇ ਹਿਸਟੋਰੀਕਲ ਪੱਖ ਬਾਰੇ ਅਸੀਂ ਗੱਲ ਕਰਨਾ ਚਾਹੁੰਦੇ ਹਾਂ। ਹਾਂਜੀ, ਇਹ ਤੁਹਾਡੀ ਗੱਲ ਠੀਕ ਆ ਕਿ ਸਾਡੇ ਇਤਿਹਾਸ ਵਿੱਚ ਇਹਨਾਂ ਗੱਲਾਂ ਦਾ ਜਿਹੜਾ ਜ਼ਿਕਰ ਹੋਇਆ। ਜਦੋਂ ਅਸੀਂ ਇਤਿਹਾਸ ਸ਼ੁੱਧ ਵਰਤਦੇ ਹਾਂ ਆਪਣੇ ਜਿਹੜੇ ਗ੍ਰੰਥ ਆ, ਅਸਲ ਵਿੱਚ ਜਿਹੜੇ ਉਹ ਇਤਿਹਾਸ ਦੀ ਕਸੌਟੀ ਉੱਤੇ ਪੂਰੇ ਨਹੀਂ ਉਤਰਦੇ। ਉਹ ਇਤਿਹਾਸ, ਮਿਥਿਹਾਸ, ਲੋਕ ਧਰਮ, ਲੋਕ ਵਿਸ਼ਵਾਸ, ਪ੍ਰਚਲਿਤ ਮਨੌਤਾਂ, ਇਹਨਾਂ ਸਾਰੇ ਪ੍ਰਕਾਸ਼ੇ ਦਾ ਮਿਲਗੋਬਾ। ਠੀਕ ਹੈ। ਪਰ ਸਾਡੇ ਕੋਲ ਕਿਉਂਕਿ ਉਹ ਚਾਰਾ ਵੀ ਕੋਈ ਨਹੀਂ, ਜ਼ਿਆਦਾਤਰ ਜਿਹੜੇ ਸਾਡੇ ਪੁਰਾਣੇ ਗ੍ਰੰਥ ਆ ਇਹ ਕਵਿਤਾ ਵਿੱਚ ਆ, ਕਾਵਿ ਵਿੱਚ ਹੋਣ ਕਰਕੇ ਜਿਹੜੇ ਕਾਵਿ ਵਿੱਚ ਆਮ ਤੌਰ 'ਤੇ ਜਿਹੜਾ ਕਵੀ ਆ ਉਹ ਕਲਪਨਾ ਦੀ ਉਡਾਰੀ ਮਾਰਦੇ ਆ। ਇੱਕ ਛੋਟੀ ਜਿਹੀ ਗੱਲ ਨੂੰ ਵੀ ਜਿਸ ਤਰ੍ਹਾਂ ਨਾਲ ਉਹ ਅਲੰਕਾਰਮਈ ਢੰਗ ਨਾਲ ਬਿਆਨ ਕਰਦਾ ਹੋਇਆ, ਉਹਦੇ ਵਿੱਚ ਕਲਪਨਾ ਦਾ ਰੰਗ ਭਰਦਾ, ਉਹ ਕਿਵੇਂ ਦਾ ਕੁਛ ਦਾ ਕੁਛ ਬਣ ਜਾਂਦਾ। ਵਾਰਤਕ ਵੀ ਸਾਡੇ ਜਿਹੜੇ ਗ੍ਰੰਥ ਬਹੁਤ ਘੱਟ ਲਿਖੇ ਗਏ ਆ। ਜਿਹੜੇ ਸਾਡੇ ਮੁੱਢਲੇ ਰੂਪ ਵਿੱਚ ਸਾਨੂੰ ਮਿਲਦੀਆਂ ਵੀ ਜਨਮ ਸਾਖੀ ਜਿਹੜੀ ਮਿਲਦੀਆਂ, ਉਹ ਜਨਮ ਸਾਖੀਆਂ ਵੀ ਜਿਹੜਾ ਉਹ ਇਹਨਾਂ ਨਾਲੋਂ ਵੀ ਜਿਹੜਾ ਉਹਨਾਂ ਵਿੱਚ ਮਿਥਿਹਾਸ ਜਿਹੜਾ ਬਹੁਤ ਜ਼ਿਆਦਾ, ਇਤਿਹਾਸ ਦਾ ਅੰਸ਼ ਜਿਹੜਾ ਬਹੁਤ ਘੱਟ ਮਾਤਰਾ ਵਿੱਚ ਸਾਨੂੰ ਇਤਿਹਾਸਕ ਤੌਰ 'ਤੇ ਸਹੀ ਜਾਣਕਾਰੀ ਜਿਹੜੀ ਆ ਉਹਨਾਂ 'ਚੋਂ ਮਿਲਦੀ ਆ। ਉਹਨਾਂ ਨੂੰ ਆਧਾਰ ਬਣਾ ਕੇ ਜਿਹੜੇ ਅਗਲੀਆਂ ਪੁਸਤਕਾਂ ਲਿਖੀਆਂ ਗਈਆਂ ਉਹਨਾਂ ਵਿੱਚ ਜਿਹੜਾ ਉਹਨੂੰ ਹੋਰ ਜਿਹੜਾ ਵਿਸਥਾਰ ਨਾਲ ਕਲਪਨਾ ਦਾ ਰੰਗ, ਮਿਥਿਹਾਸ ਦਾ ਰੰਗ ਜਿਹੜਾ ਉਹਨੂੰ ਦਿੱਤਾ ਗਿਆ। ਅਸੀਂ ਕਈ ਵਾਰ ਇਹ ਗੱਲ ਕਰ ਚੁੱਕੇ ਹੋਏ ਹਾਂ ਕਿ ਸਾਡੀ ਜਿਹੜੀ ਜੀਵਨ ਜੁਗਤੀ ਦਾ ਆਧਾਰ ਆ ਉਹ ਗੁਰੂ ਕੀ ਬਾਣੀ ਆ। ਚੰਗੇ ਭਾਗੀ ਸਾਡੇ ਕੋਲ ਜਿਸ ਰੂਪ ਵਿੱਚ ਗੁਰੂ ਸਾਹਿਬਾਨ ਨੇ ਇਹ ਬਾਣੀ ਉਚਾਰੀ ਆ, ਜਾਂ ਇੰਝ ਆਖੀਏ ਕਿ ਉਸ ਸਮੇਂ ਜਦੋਂ ਸਰੀਰਕ ਰੂਪ ਵਿੱਚ ਗੁਰੂ ਸਾਹਿਬਾਨ ਵਿਚਰ ਰਹੇ ਸੀ ਤਾਂ ਉਹਨਾਂ ਨੇ ਜਿਸ ਬਾਣੀ ਰਾਹੀਂ ਮਨੁੱਖਤਾ ਦੀ ਕਲਿਆਣ ਕੀਤੀ, ਉਹਨਾਂ ਨੂੰ ਵਹਿਮਾਂ ਭਰਮਾਂ ਚੋਂ ਬਾਹਰ ਕੱਢਿਆ, ਸੱਚ ਦਾ ਮਾਰਗ ਦ੍ਰਿੜ ਕਰਵਾਇਆ, ਧਰਮ ਦਾ ਤੱਤ ਸਮਝਾ ਉਹਨਾਂ ਨੇ ਸਹੀ ਅਰਥਾਂ ਵਿੱਚ ਧਰਮੀ ਬਣਾਇਆ, ਗੁਰਮੁਖ ਬਣਾਇਆ, ਉਹਨਾਂ ਨੂੰ ਜੀਵਨ ਮੁਕਤ ਦੀ ਜੁਗਤੀ ਦਰਸਾਈ, ਰਹੱਸ ਦ੍ਰਿੜ ਕਰਵਾਇਆ। ਉਹ ਉਸੇ ਰੂਪ ਵਿੱਚ ਸਾਡੇ ਪਾਸ ਪਹੁੰਚੇ ਆ, ਗੁਰੂ ਗ੍ਰੰਥ ਸਾਹਿਬ ਵਿੱਚ ਉਸੇ ਰੂਪ ਵਿੱਚ ਮੌਜੂਦ ਆ। ਇਸ ਕਰਕੇ ਉਹਦੇ ਵਿੱਚ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹਦੇ 'ਚ ਕੋਈ ਮਿਲਾਵਟ ਹੋਈ ਆ। ਜੋ ਕੁਝ ਕਿਸੇ ਨੇ ਕੋਸ਼ਿਸ਼ ਕੀਤੀ ਵੀ ਆ ਉਹ ਬਾਅਦ ਵੀ ਸਾਨੂੰ ਕੁਝ ਠੀਕ ਆ ਕਿ ਪੱਖ ਵੀ ਅਸੀਂ ਸੰਕੇਤ ਮਾਤਰ ਇਸ਼ਾਰਾ ਹੀ ਕਰ ਰਹੇ ਹਾਂ ਕਿ ਜਿਹੜੇ ਇਸ ਤਰ੍ਹਾਂ ਰਾਗਮਾਲਾ ਦੀ ਗੱਲ ਆਉਂਦੀ ਆ ਤੇ ਕੁਝ ਜਿਹੜੀਆਂ ਮਿਲਾਵਟਾਂ ਬਾਅਦ ਵਿੱਚ ਜਿਹੜੀਆਂ ਕੁਛ ਉਹ ਬਾਅਦ ਵਿੱਚ ਕਰ ਸਕੇ, ਉਹਦੇ ਵਿੱਚ ਅੰਦਰ ਸ਼ਾਮਲ ਨਹੀਂ ਕਰ ਸਕੇ। ਹਾਂ, ਕੁਝ ਜਿਹੜੇ ਉਤਾਰੇ ਕਰਨ ਲੱਗੇ ਆ, ਕੁਝ ਲਿਖਾਰੀਆਂ ਕੋਲੋਂ ਜਿਹੜੀਆਂ ਜ਼ਰੂਰ ਭੁੱਲਾਂ ਹੋ ਗਈਆਂ, ਜਿਹੜੀਆਂ ਲਗਾ ਮਾਤਰਾ ਦੀਆਂ ਸੀਗੀਆਂ, ਕਿਉਂਕਿ ਪਹਿਲਾਂ ਜਿਹੜੇ ਉਹ ਲਗਾਤਾਰ ਜਿਹੜੀਆਂ ਉਹ ਪਦਛੇਦ ਬੀੜਾਂ ਨਹੀਂ ਸੀਗੀਆਂ, ਲੜੀਵਾਰ ਸੀਗੀਆਂ, ਤੋਂ ਪਦਛੇਦ ਕਰਨ ਲੱਗਿਆਂ ਵੀ ਕੁਝ ਜਿਹੜੇ ਉਹ ਤੇ ਠੀਕ ਆ, ਅਸੀਂ ਇਨਕਾਰ ਨਹੀਂ ਕਰ ਸਕਦੇ। ਪਰ ਕੁੱਲ ਮਿਲਾ ਕੇ ਜਿਹੜਾ ਗੁਰੂ ਕਾ ਸ਼ਬਦ ਆ, ਗੁਰੂ ਕੀ ਬਾਣੀ ਆ, ਗੁਰੂ ਕਾ ਉਪਦੇਸ਼ ਆ, ਉਹ ਸਾਡੇ ਕੋਲ ਹੂ-ਬ-ਹੂ ਉਸ ਰੂਪ ਵਿੱਚ ਪਹੁੰਚੇ ਆ। ਅਸੀਂ ਥੋੜ੍ਹਾ ਜਿਹਾ ਯਤਨ ਕਰਕੇ ਜੇ ਕੋਸ਼ਿਸ਼ ਕਰੀਏ
ਤਾਂ ਜਿਹੜੇ ਇਹ ਵੀ ਜਿਹੜੇ ਕੁਝ ਲਿਖਾਰੀਆਂ ਦੀਆਂ ਭੁੱਲਾਂ ਜਿਹੜੀਆਂ ਉਕਾਈਆਂ ਜਿਹੜੀਆਂ ਉਹ ਸੁਧਾਰੀਆਂ ਜਾ ਸਕਦੀਆਂ, ਉਹ ਸੁਧਾਰੀਆਂ ਵਿਦਵਾਨਾਂ ਨੇ ਸਮੇਂ-ਸਮੇਂ ਠੀਕ। ਸਾਡਾ ਧਿਆਨ ਇਸ ਪਾਸੇ ਹਾਂ, ਵਿਦਵਾਨਾਂ ਉਹ ਦਵਾਇਆ। ਹਾਂਜੀ ਤੋ ਇਸ ਲਈ ਜਿਹੜਾ ਇਤਿਹਾਸ ਦੀ ਗੱਲ ਜਿਹੜੀ ਆ, ਇਤਿਹਾਸ ਵੀ ਜਿਹੜਾ ਅਸੀਂ ਐਸਾ ਨਹੀਂ ਕਹਿ ਸਕਦੇ। ਤੋ ਇਹ ਗੱਲ ਠੀਕ ਆ ਜਿਹੜੀ ਇਤਿਹਾਸ ਵੀ ਜਿਹੜਾ, ਪਰ ਇਹ ਤੇ ਇਤਿਹਾਸ ਨੂੰ ਇਹ ਪੱਖ ਵੀ ਧਿਆਨ ਵਿੱਚ ਰੱਖਣ ਦੀ ਲੋੜ ਆ ਕਿ ਇਤਿਹਾਸ ਵਿੱਚ ਕਈਆਂ ਨੇ ਦੋਨੋਂ ਪੱਖਾਂ ਦਾ ਜ਼ਿਕਰ ਕੀਤਾ। ਇੱਕ ਤਾਂ ਉਹਨਾਂ ਨੇ ਰੋਲ ਜਿਹੜੀ ਸੱਚਮੁੱਚ ਗੁਰੂ ਦਾ ਉਪਦੇਸ਼ ਆ ਜੋ ਗੁਰਬਾਣੀ ਰਾਹੀਂ ਸਾਨੂੰ ਮਿਲਦਾ, ਹੂ ਬਹੂ ਉਹਨਾਂ ਨੇ ਉਹਨੂੰ ਆਪਣੇ ਸ਼ਬਦਾਂ ਵਿੱਚ ਬਿਆਨ ਕੀਤਾ ਹੋਇਆ। ਪਰ ਦੂਜੇ ਪਾਸੇ ਐਸਾ ਲਿਖਣ ਵਾਲਿਆਂ ਨੇ ਫਿਰ ਆਪ ਉਸੇ ਹੀ ਕਲਮ ਨਾਲ ਉਹਨਾਂ ਹੀ ਗੁਰੂ ਸਾਹਿਬਾਨ ਦੇ ਮੂੰਹੋਂ ਕੁਝ ਐਸੇ ਬੋਲ ਕਢਵਾ ਦਿੱਤੇ ਜਾਂ ਉਹਨਾਂ ਕੋਲ ਉਹ ਕਰਮ ਕਰਾਏ ਜਿਨ੍ਹਾਂ ਦਾ ਕਿ ਉਹ ਖੁਦ ਪਹਿਲਾਂ ਖੰਡਨ ਕਰ ਚੁੱਕੇ ਹੋਏ ਆ। ਠੀਕ। ਜਿਹੜੀ ਆਪਾਂ ਸਰਾਧ ਬਾਰੇ ਗੱਲ ਕੀਤੀ ਸੀ ਉਸੇ ਥਾਂ ਤੇ। ਹਾਂ, ਇਸੇ ਦਾ ਜਿੱਦਾਂ ਆਪਾਂ ਗੱਲ ਕੀਤੀ ਸੀ ਰਹਿਤ ਮਰਿਆਦਾ ਦੀ ਕਿ ਸਾਡੇ ਵਿੱਚ ਜਿਹੜੀਆਂ ਉਹ ਅਸਥੀਆਂ ਫੁੱਲ ਚੁਗਣ ਦਾ ਸਾਡੇ ਰੀਤ ਨਹੀਂ, ਪਰ ਇਤਿਹਾਸ ਵਿੱਚ ਜਦੋਂ ਅਸੀਂ ਦੇਖਦੇ ਹਾਂ ਤੇ ਜਿਹੜੇ ਉਹ ਜਦੋਂ ਇਹ ਲਿਖਦੇ ਆ ਕਿ ਬੀਨ ਬੀਨ ਕਰ ਅਸ ਸਕੇਲੇ ਸੁੰਦਰ ਬਸਰ ਵਿਖੈ ਸਭ ਮੇਲੇ ਸੁਰਸਰ ਕੋ ਤਤ ਛਿਨ ਪਹੁੰਚਾਏ ਸਾਵਣ ਮਲ ਤਿਨ ਸੰਗ ਸਿਧਾਏ। ਕਿ ਗੁਰੂ ਅਮਰਦਾਸ ਮਹਾਰਾਜ ਜਦੋਂ ਜੋਤੀ ਜੋਤ ਸਮਾਉਂਦੇ ਆ, ਉਹਨਾਂ ਬਾਰੇ ਇਹ ਸਾਡੇ ਲੇਖਕ ਲਿਖ ਰਹੇ ਆ ਕਿ ਉਹਨਾਂ ਪਿੱਛੋਂ ਬਕਾਇਦਾ ਜਿਹੜੀਆਂ ਜਿਵੇਂ ਆਮ ਮਨੁੱਖਾਂ ਦੀ ਜਿਹੜੀਆਂ ਅੱਜ ਵੀ ਕਈਆਂ ਜਿਹੜੇ ਹਿੰਦੂ ਵੀ ਖਾਸ ਤੌਰ ਤੇ ਜਿਹੜੇ ਹੈਗੇ ਉਹਨਾਂ ਵਿੱਚ ਰਿਵਾਜ ਆ ਕਿ ਉਹ ਅਸਥੀਆਂ ਚੁਣਦੇ, ਫੁੱਲ ਚੁਣਦੇ ਆ, ਚੁਣ ਕੇ ਫਿਰ ਉਹ ਹਰਦੁਆਰ ਜਾਂ ਹੋਰ ਜੋ ਉਹਨਾਂ ਦਾ ਵਿਸ਼ਵਾਸ ਆ ਉਹਦੇ ਵਿੱਚ ਉਹ ਜਲ ਪ੍ਰਵਾਹ ਕਰਦੇ ਆ। ਤੋ ਸਾਡੇ ਵਿੱਚ ਆਪਾਂ ਗੱਲ ਕੀਤੀ ਸੀ ਕਿ ਸਾਡੇ ਵਿੱਚ ਐਸਾ ਵਿਸ਼ਵਾਸ ਨਹੀਂ। ਉਹ ਸਵਾ ਜਿਹੜੀਆਂ ਸਰੀਰ ਜੋ ਸਵਾ ਹੈਗੀ ਆ ਉਸ ਸਮੇਤ ਸਭ ਕੁਝ ਚੁੱਕ ਕੇ ਉਹਨੂੰ ਜਲ ਪ੍ਰਵਾਹ ਕਰ ਦਿੰਦੇ ਆ ਜਾਂ ਉੱਥੇ ਦੁਆ ਦੇਣ ਦੀ ਜਿਹੜੀ ਰਹਿਤ ਮਰਿਆਦਾ ਵਿੱਚ ਹਦਾਇਤ ਕੀਤੀ ਹੋਈ ਆ। ਪਰ ਇੱਥੇ ਜਿਹੜਾ ਲੇਖਕ ਆ ਉਹ ਬਕਾਇਦਾ ਜਿਹੜਾ ਉਹ ਗੁਰੂ ਸਾਹਿਬਾਨ ਦੀਆਂ ਅਸਥੀਆਂ ਇਹਨਾਂ ਫੁੱਲਾਂ ਦਾ ਉਸੇ ਤਰ੍ਹਾਂ ਚੁਗਣ ਦਾ ਜ਼ਿਕਰ ਕਰ ਰਿਹਾ, ਜਿਸ ਤਰ੍ਹਾਂ ਕਿ ਹਿੰਦੂ ਵੀਰਾਂ ਵਿੱਚ ਇਹ ਪ੍ਰਥਾ ਪ੍ਰਚਲਿਤ ਸੀ। ਉਹ ਬਕਾਇਦਾ ਨਹੀਂ ਫਿਰ ਉਹ ਲਿਖ ਰਿਹਾ ਕਿ ਉਹਨਾਂ ਦੇ ਜਿਹੜੇ ਫੁੱਲ ਆ ਇਹ ਹਰਿਦੁਆਰ ਭੇਜੇ ਗਏ। ਦੇਖੋ, ਜੇ ਗੁਰੂ ਅਮਰਦਾਸ ਮਹਾਰਾਜ ਦੇ ਗੁਰੂ ਸ਼ਰਨਾਂ ਤੋਂ ਪਹਿਲਾਂ ਦੀ ਘਟਨਾ ਦਾ ਕੋਈ ਜ਼ਿਕਰ ਕੋਈ ਕਰ ਰਿਹਾ, ਕਈਆਂ ਨੇ ਜਿਵੇਂ ਕੀਤਾ, ਤਾਂ ਉਹਦੇ ਵਿੱਚ ਕੋਈ ਇਤਰਾਜ਼ ਵਾਲੀ ਗੱਲ ਹੈ ਵੀ ਨਹੀਂ, ਮੰਨਣਯੋਗ ਆ। ਕਿਉਂ ਗੁਰੂ ਸਾਹਿਬ ਪਹਿਲਾਂ ਵੈਸ਼ਨੋਵਾਦ ਦੇ ਧਾਰਨੀ ਸੀ, ਉਹਨਾਂ ਦਾ ਜੋ ਪਿਤਾ ਪੁਰਖੀ ਧਰਮ ਆ ਉਸ ਅਨੁਸਾਰ ਹੀ ਵਿਚਰਦੇ ਸੀ। ਪਰ ਜਦੋਂ ਗੁਰੂ ਅਮਰਦਾਸ ਸਾਹਿਬ ਗੁਰੂ ਅੰਗਦ ਸਾਹਿਬ ਦੀ ਸ਼ਰਨ ਵਿੱਚ ਆ ਗਏ, ਉਹਨਾਂ ਨੇ ਆਪਣਾ ਪਿਤਾ ਪੁਰਖੀ ਦਾ ਧਰਮ ਸੀ ਉਹ ਛੱਡ ਤਿਆਗ ਗੁਰੂ ਦੀ ਮੱਤ ਨੂੰ ਧਾਰਨ ਕਰ ਲਿਆ। ਗੁਰੂ ਦੀ ਮੱਤ ਧਾਰਨ ਕਰ ਉਹਨਾਂ ਨੇ ਗੁਰੂ ਉਪਦੇਸ਼ ਨੂੰ ਜਿਸ ਰੂਪ ਵਿੱਚ ਸਮਝਿਆ, ਅਪਣਾਇਆ, ਉਹ ਦੂਜਿਆਂ ਦੇ ਹਿੱਸੇ ਨਾ ਆਇਆ। ਇਸੇ ਲਈ ਗੁਰੂ ਅੰਗਦ ਸਾਹਿਬ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਆਪ ਆਪਣੇ ਹੱਥੀਂ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਗੁਰਿਆਈ ਸੌਂਪੀ। ਗੁਰੂ ਅਮਰਦਾਸ ਮਹਾਰਾਜ ਹੁਣ ਗੁਰੂ ਨਾਨਕ ਰੂਪ ਬਣ ਚੁੱਕੇ ਆ। ਇਸ ਲਈ ਅਸੀਂ ਗੁਰੂ ਸਾਹਿਬਾਨ ਬਾਰੇ ਕਹਿੰਦੇ ਹਾਂ ਕਿ ਇੱਕੋ ਜੋਤ ਅਤੇ ਜੁਗ ਦੇ ਉਹ ਧਾਰਨੀ ਸੀ। तो गुरु अमरदास महाराज ने ऐसा नहीं कि उन्होंने गुरु बनने मगरों जब गुरु रामदास महाराज भी मौजूद आ, तो उसमें फिर वही उल्ट क्रिया करना ये किसी तरह भी योग नहीं। फिर दूजी गल ये कि जेडे सज्जन जेडे साडे लेखक ऐसा लिखते आ जां गुरु साहबान पासों कपाल क्रिया भी कराउंदे आ कि कपाल क्रिया की, तिलांजलि दी, ਉੱਥੇ ਇਹੀ ਲੇਖਕ ਗੁਰੂ ਅੰਗਦ ਸਾਹਿਬ ਬਾਰੇ ਬੜਾ ਸਪਸ਼ਟ ਰੂਪ ਵਿੱਚ ਉਹਨਾਂ ਲਿਖਿਆ ਆ ਕਿ ਜਿਵੇਂ ਸੂਰਜ ਪ੍ਰਕਾਸ਼ ਦੀ ਗੱਲ ਕਰ ਲਈਏ ਕਿ ਭਾਈ ਸੰਤੋਖ ਸਿੰਘ ਲਿਖਦੇ ਆ ਕਿ ਜਦੋਂ ਗੁਰੂ ਅੰਗਦ ਸਾਹਿਬ ਜੋਤੀ ਜੋਤ ਸਮਾਉਣ ਲੱਗਦੇ ਆ ਤਾਂ ਉਸ ਸਮੇਂ ਉਹਨਾਂ ਦੇ ਦੋਵੇਂ ਜਿਹੜੇ ਪੁੱਤਰ ਆ ਉਸ ਸਮੇਂ ਦਾਤੂ ਤੇ ਦਾਸੂ ਜੀ ਇਹ ਗੁਰੂ ਅੰਗਦ ਸਾਹਿਬ ਪਾਸ ਆਉਂਦੇ ਆ। ਇਹ ਭਾਈ ਸੰਤੋਖ ਸਿੰਘ ਦੇ ਸ਼ਬਦਾਂ ਵਿੱਚ ਉਹ ਕਹਿੰਦੇ ਆ ਕਿ ਦੋਨੋਂ ਪੁੱਤਰ ਆਏ ਤਿਸ ਕਾਲਾ। दोनों उन्होंने पुत्र उस समय गुरु पातशाह के पास आए, परे चरण अरविंद कृपाला। गुरु अंगद पातशाह दे उन्होंने चरणों ते आके नमस्कार की। फिर उन्होंने गुरु साहब ने पूछा कि दया धार व्यवहार बतावो, जिम पीछे हम करें जनावो। ये गुरु अंगद साहब जी ने पूछ रहे हैं कि महाराज तुसी शरीर रूपी चोला ये त्यागन लगे हो, शरीर छड्डन लगे हो, तो सानू दसो कि असीं तुहाडे चलाने मगरों जोती जोत समान मगरों असीं किस तरह का व्यवहार करिए।
ਰਾਈਟ। ਤੋ ਫਿਰ ਨਾਲ ਵੀ ਗੱਲ ਦੱਸ ਉਹ ਕਹਿੰਦੇ ਆ ਕਿ ਜਗਤ ਰੀਤਰ ਕੁੱਲ ਆਚਾਰ ਜੈਸੇ ਆਇਓ ਹੋਤ ਅਗਾਰ। ਅਸੀਂ ਕੀ ਉਸੇ ਤਰ੍ਹਾਂ ਕਰੀਏ ਕਿ ਜਿਵੇਂ ਸਾਡੇ ਪਰਿਵਾਰ ਵਿੱਚ, ਬਰਾਦਰੀ ਭਾਈਚਾਰੇ ਵਿੱਚ, ਸਮਾਜ ਵਿੱਚ ਪਹਿਲਾਂ ਹੁੰਦਾ ਆ, ਜੋ ਸਾਡੇ ਜਦੋਂ ਕੋਈ ਚਲਾਣਾ ਕਰਦਾ ਸੀਗਾ, ਜਿਵੇਂ ਸਾਡੇ ਵੱਡ ਵਡੇਰੇ ਕਰਦੇ ਆਏ, ਅੱਜ ਕਈ ਜਿਹੜੇ ਸਾਡੇ ਰਿਸ਼ਤੇਦਾਰ ਸੰਬੰਧੀ ਉਹ ਕਰ ਵੀ ਰਹੇ ਆ, ਪਰ ਕੀ ਅਸੀਂ ਵੀ ਉਸੇ ਤਰ੍ਹਾਂ ਕਰੀਏ ਜਿਸ ਦਾ ਪਹਿਲਾਂ ਹੁੰਦਾ ਆਇਆ? ਤਾਂ ਉਸ ਸਮੇਂ ਫਿਰ ਭਾਈ ਸੰਤੋਖ ਸਿੰਘ ਹੀ ਲਿਖਦੇ ਆ, ਗੁਰੂ ਅੰਗਦ ਸਾਹਿਬ ਮਹਾਰਾਜ ਦੇ ਪਾਵਨ ਮੁਖੋਂ ਇਹ ਕਢਵਾਉਂਦੇ ਹਨ ਕਿ ਗੁਰੂ ਸਾਹਿਬ ਨੇ ਸੁਣ ਕੇ ਆਪਣੇ ਪੁੱਤਰਾਂ ਨੂੰ ਆਖਿਆ, ਸੁਨ ਸ੍ਰੀ ਸਤਿਗੁਰੂ ਬਾਕ ਉਚਾਰੇ, ਜਾਗਰ ਕੁਲ ਕੇ ਜਿਤਕ ਆਚਾਰੇ। ਗੁਰੂ ਅੰਗਦ ਸਾਹਿਬ ਜੀ ਨੇ ਪੁੱਤਰਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਮੇਰੇ ਪਿੱਛੋਂ ਜਿੰਨੇ ਵੀ ਜਿਹੜੇ ਕੁੱਲ ਦੇ ਆਪਣਾ ਆਚਾਰ ਆ, ਜੋ ਰਸਮੋ ਰਿਵਾਜ ਆ, ਰੀਤੀ ਰਿਵਾਜ ਆ, ਹਮਰੇ ਹੇਤ ਨਹੀਂ ਕੁਛ ਕਰਨਾ, ਕਿ ਸਾਡੇ ਪਿੱਛੋਂ ਇਹ ਜਿਹੜਾ ਕੁੱਲ ਰੀਤੀ ਆ, ਜੋ ਸਾਡੇ ਪਰਿਵਾਰਾਂ ਵਿੱਚ ਪਹਿਲਾਂ ਹੁੰਦਾ ਆਇਆ, ਸਾਡੇ ਵੱਡ ਵਡੇਰੇ ਕਰਦੇ ਆਏ, ਤੁਸੀਂ ਇਹ ਮੇਰੇ ਪਿੱਛੋਂ ਨਹੀਂ ਕਰਨਾ। ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨੇ ਜੋ ਮਾਰਗ ਦਰਸ਼ਨ ਕੀਤਾ ਹੋਇਆ, ਗੁਰੂ ਅੰਗਦ ਸਾਹਿਬ ਉਸ ਉਤੇ ਤੁਰੇ ਅਤੇ ਉਹਨਾਂ ਨੇ ਉਹਨਾਂ ਲੋਕਾਂ ਨੂੰ ਵੀ, ਸਿੱਖਾਂ ਸੇਵਕਾਂ ਨੂੰ ਵੀ ਉਸੇ ਰਾਹ ਤੋਰਿਆ। ਇਸ ਲਈ ਮਹਾਰਾਜ ਸਪਸ਼ਟ ਸ਼ਬਦਾਂ ਵਿੱਚ, ਇਹਨਾਂ ਦੇ ਸ਼ਬਦਾਂ ਵਿੱਚ ਇਹ ਕਹਿ ਰਹੇ ਆ ਕਿ ਹਮਰੇ ਹੇਤ ਨਹੀਂ ਕੁਛ ਕਰਨਾ। ਤਾਂ ਫਿਰ ਕਰਨਾ ਕੀ ਆ? ਤਾਂ ਕਹਿੰਦੇ ਆ ਕੀਤ ਪੜ੍ਹ ਸੁਣ ਨਾਮ ਸਿਮਰਨਾ, ਕਿ ਹੋਰ ਕੁਝ ਕਰਨ ਦੀ ਬਜਾਏ ਤੁਸੀਂ ਗੁਰਬਾਣੀ ਦਾ ਪਠਨ ਪਾਠ ਕਰਨਾ, ਰੱਬ ਦੇ ਗੁਣ ਚੇਤੇ ਕਰਨਾ, ਸਤ ਸੰਗਤ ਕਰਨਾ। ਕਰੋ ਆਨੰਦ ਮੰਗਲਾਚਾਰਾ, ਦਿਓ ਸਰੀਰ ਅਗਨ ਸੰਸਕਾਰਾ। ਸਰੀਰ ਨੂੰ ਜਿਹੜਾ ਉਹ ਅਗਨ ਭੇਟੋ ਦੇ ਹਦਾਇਤ ਕੀਤੀ ਅਤੇ ਆਖਿਆ ਕਿ ਤੁਸੀਂ ਸੋਗ ਨਹੀਂ ਮਨਾਉਣਾ। ਜਿਵੇਂ ਸਤਬਾਣੀ ਵਿੱਚ ਗੁਰੂ ਅਮਰਦਾਸ ਮਹਾਰਾਜ ਬਾਰੇ ਸੁੰਦਰ ਜੀ ਨੇ ਲਿਖਿਆ ਹੈ ਕਿ ਮਹਾਰਾਜ ਨੇ ਹਦਾਇਤ ਕੀਤੀ ਕਿ ਮਤ ਮੈਂ ਪਿੱਛੇ ਕੋਈ ਰੋਵ ਸੀ, ਸੋ ਮੈਂ ਮੂਲ ਨਾ ਪਾਇਆ। ਤਾਂ ਠੀਕ ਹੂ ਬਹੂ ਇੱਥੇ ਗੁਰੂ ਅੰਗਦ ਸਾਹਿਬ ਮਹਾਰਾਜ ਆਪਣੇ ਪੁੱਤਰਾਂ ਨੂੰ ਇਹੀ ਹਦਾਇਤ ਕਰ ਰਹੇ ਆ ਕਿ ਤੁਸੀਂ ਇਸ ਤਰ੍ਹਾਂ ਦਾ ਸ਼ੋਗ ਨਹੀਂ ਮਨਾਉਣਾ। ਜਿਹੜਾ ਤੁਸੀਂ ਗੁਰਬਾਣੀ ਦਾ ਪਠਨ ਪਾਠ ਕਰ, ਪ੍ਰਭੂ ਦੀ ਕੀਰਤੀ ਕਰੋ, ਉਸ ਦੀ ਰਜ਼ਾ ਦੇ, ਉਸ ਹੁਕਮ ਨੂੰ ਸਮਝਣ ਦਾ ਯਤਨ ਕਰਨਾ। ਉਹਨੂੰ ਦੇਖੋ, ਤੁਸੀਂ ਸਾਡੇ ਦਰਸ਼ਨ ਖੁਦ ਅੰਦਾਜ਼ਾ ਲਾ ਲੈਣ ਕਿ ਇੱਕ ਪਾਸੇ ਜਿਹੜੇ ਸਾਡੇ ਇਹ ਲੇਖਕ ਆ, ਇਹ ਜਿਹੜੇ ਗ੍ਰੰਥ ਆ, ਇਹਨਾਂ ਵਿੱਚ ਐਸਾ ਲਿਖਿਆ ਆਇਆ ਕਿ ਗੁਰੂ ਸਾਹਿਬ ਜੀ ਨੇ ਐਸੀ ਹਦਾਇਤ ਕੀਤੀ, ਪਰ ਦੂਜੇ ਪਾਸੇ ਫਿਰ ਉਸੇ ਹੀ ਕਲਮ ਨਾਲ, ਉਸੇ ਹੀ ਗ੍ਰੰਥ ਵਿੱਚ, ਉਸੇ ਹੀ ਪੁਸਤਕ ਵਿੱਚ ਫਿਰ ਇਹ ਲਿਖ ਦਿੰਦੇ ਆ, ਜਿਵੇਂ ਆਪਾਂ ਪਹਿਲਾਂ ਉਦਾਹਰਨ ਦਿੱਤੀ ਆ ਕਿ ਗੁਰੂ ਅਮਰਦਾਸ ਮਹਾਰਾਜ ਦੇ ਅਸਥੀਆਂ ਬਾਰੇ, ਫੁੱਲਾਂ ਬਾਰੇ, ਕਿ ਉਸ ਬਾਰੇ ਜਿਹੜਾ ਬਕਾਇਦਾ ਜਿਹੜਾ ਉਹ ਕੀਤਾ ਗਿਆ, ਫੁੱਲ ਚੁਣੇ ਗਏ, ਔਰ ਫਿਰ ਬਕਾਇਦਾ ਮਹਾਰਾਜ ਦਾ ਭਤੀਜਾ ਜਿਹੜਾ ਉਹ ਨਾਲ ਜਿਹੜਾ ਉਹ ਗੰਗਾ 'ਚ ਰਵਾਨਾ ਹੋਇਆ ਉਹਨਾਂ ਦੇ ਫੁੱਲ ਤਾਰਨ ਲਈ, ਔਰ ਫਿਰ ਨਾਲ ਕਾਰਨ ਦੱਸਿਆ ਆ, ਮਤਲਬ ਕਿ ਤਰਕ ਦਿੱਤਾ ਆਇਆ ਕਿ ਜਗਤ ਮਿਰਜਾਦ ਹਿਤ ਕ੍ਰਿਤ ਸਾਰੀ, ਜਥਾ ਜੋ ਕੀਨਤ ਹਿਤਕਾਰੀ। ਕਿ ਜਿਹੜੇ ਮਹਾਂਪੁਰਸ਼ ਹੁੰਦੇ ਆ, ਇਹ ਆਮ ਤਰਕ ਦਿੱਤਾ ਆਇਆ ਇਹਨਾਂ ਪੁਸਤਕਾਂ ਵਿੱਚ, ਜਦੋਂ ਜਿੱਥੇ ਇਹੋ ਜਿਹਾ ਪ੍ਰਸੰਗ ਲਿਖਿਆ ਆਇਆ ਕਿ ਮਰਿਆਦਾ ਕਾਇਮ ਰੱਖਣ ਲਈ ਸਤਿਪੁਰਸ਼ਾਂ ਨੇ, ਗੁਰੂ ਸਾਹਿਬਾਨ ਨੇ ਇਹੋ ਜਿਹਾ ਦਾ ਕਦਮ ਪੁੱਟਿਆ। ਜਦ ਕਿ ਅਸੀਂ ਦੇਖਦੇ ਹਾਂ, ਈਵਨ ਇਤਿਹਾਸਕਾਰ ਜਿਹੜੇ ਐਸੇ ਲਿਖਣ ਵਾਲੇ ਆ, ਉਹ ਖੁਦ ਵੀ ਲਿਖਦੇ ਆ ਕਿ ਗੁਰੂ ਸਾਹਿਬਾਨ ਨੇ ਜਿਹੜਾ ਪ੍ਰਚਲਿਤ ਸੀ ਸਮਾਜ ਵਿੱਚ, ਜੋ ਰੀਤ ਰਸਮੋ ਰਿਵਾਜ, ਜਿਹੜੇ ਕਿ ਮਨੁੱਖਤਾ ਲਈ ਘਾਤਕ ਸੀ, ਜਿਨ੍ਹਾਂ ਦਾ ਆਧਾਰ ਅੰਧ ਵਿਸ਼ਵਾਸ ਸੀ, ਅਗਿਆਨਤਾ ਸੀ, ਬੇਸਮਝੀ ਸੀ, ਜਿਨ੍ਹਾਂ ਰਾਹੀਂ ਜਿਹੜੀ ਪ੍ਰੋਧ ਜਮਾਤ ਆ ਉਹ ਸਧਾਰਨ ਭੋਲੇ ਭਾਲੇ ਲੋਕਾਂ ਦੀ ਲੁੱਟ ਖਸੁੱਟ ਕਰਦੇ ਹੋਏ ਉਹਨਾਂ ਦੀਆਂ ਭਾਵਨਾ ਨਾਲ ਖਿਲਵਾੜ ਕਰਦੀ ਸੀ। ਗੁਰੂ ਸਾਹਿਬ ਨੇ ਪੁਰਜ਼ੋਰ ਸ਼ਬਦਾਂ ਵਿੱਚ ਉਹਨੂੰ ਖੰਡਨ ਕੀਤਾ, ਕੰਡੈਮ ਕੀਤਾ ਅਤੇ ਲੋਕਾਂ ਨੂੰ ਉਹਦੇ ਵਿੱਚੋਂ ਬਾਹਰ ਕੱਢਿਆ। ਔਰ ਫਿਰ ਦੇਖੋ ਕਿ ਜਿਸ ਗੁਰੂ ਅਮਰਦਾਸ ਮਹਾਰਾਜ ਬਾਰੇ ਐਸਾ ਲਿਖਿਆ ਜਾ ਰਿਹਾ ਕਿ ਉਹਨਾਂ ਨਾਲ ਹੀ ਉਹਨਾਂ ਦਾ ਪਰਿਵਾਰ, ਗੁਰੂ ਰਾਮਦਾਸ ਮਹਾਰਾਜ ਦੀ ਮੌਜੂਦਗੀ ਵਿੱਚ ਇਹ ਸਭ ਕੁਝ ਹੋ ਰਿਹਾ, ਔਰ ਮਹਾਰਾਜ ਦੇਖ ਰਹੇ ਆ ਇਹਨਾਂ ਲੋਕਾਂ ਅਨੁਸਾਰ। ਪਰ ਇਹਨਾਂ ਲੋਕਾਂ ਨੇ ਹੀ, ਇਹਨਾਂ ਲੇਖਕਾਂ ਨੇ ਫਿਰ ਇਹ ਵੀ ਲਿਖਿਆ ਹੋਇਆ ਕਿ ਗੁਰੂ ਅਮਰਦਾਸ ਮਹਾਰਾਜ ਦੇ ਸਮੇਂ ਜਦੋਂ ਜਿਹੜੇ ਜਾਤ ਪਾਤ ਵਿੱਚ, ਵਰਨ ਆਸ਼ਰਮ ਵਿੱਚ ਵਿਸ਼ਵਾਸ ਰੱਖਦੇ ਸੀ, ਜਦੋਂ ਇਹਨਾਂ ਨੇ ਦੇਖਿਆ ਕਿ ਸੰਗਤ ਪੰਗਤ ਵਿੱਚ
ਇਸ ਚੀਜ਼ ਨੂੰ ਜਿਹੜਾ ਕੋਈ ਨਹੀਂ ਵਿਚਾਰਿਆ ਜਾ ਰਿਹਾ ਕਿ ਕੋਈ ਕਿਸ ਜਾਤ ਦਾ ਹੈਗਾ, ਕਿਸ ਵਰਨ ਦਾ ਹੈਗਾ। ਸਾਰੇ ਆ ਕੇ ਗੁਰੂ ਕੇ ਲੰਗਰ ਵਿੱਚ ਪ੍ਰਸ਼ਾਦਾ ਇੱਕ ਸਮਾਨ ਛਕ ਰਹੇ ਆ, ਸਾਰਿਆਂ ਨੂੰ ਵਰਤਾਇਆ ਜਾ ਰਿਹਾ, ਕੋਈ ਭਿੰਨ ਭੇਦ ਨਹੀਂ, ਨਾ ਇਹ ਜਿਹੜੀ ਪਿਤਰਾਂ ਦੀ ਪੂਜਾ ਕਰ ਰਹੇ ਆ। ਤਾਂ ਇਹ ਲੋਕ ਜਿਹੜੇ ਵਿਸ਼ਵਾਸ ਕਰਦੇ ਸੀ, ਇਹਨਾਂ ਲੋਕਾਂ ਨੂੰ ਹੀ ਅਕਬਰ ਦੇ ਕੋਲ ਸ਼ਿਕਾਇਤ ਕਰਦੇ ਦਿਖਾਇਆ ਗਿਆ ਕਿ ਉਹ ਸ਼ਿਕਾਇਤ ਕਰਨ ਵਿੱਚ ਜਿੱਥੇ ਹੋਰ ਗੱਲਾਂ ਕਹਿੰਦੇ ਆ, ਉੱਥੇ ਇਸ ਗੱਲ ਦੀ ਚਰਚਾ ਵੀ ਕਰਦੇ ਆ ਕਿ ਇਹ ਲੋਕ ਜਿਹੜੇ ਆ ਇਹ ਨਾ ਵਰਨ ਆਸ਼ਰਮ ਨੂੰ ਮੰਨਦੇ ਆ, ਨਾ ਹੀ ਪਿਤਰਾਂ ਦੀ ਪੂਜਾ ਕਰਦੇ ਆ, ਨਾ ਹੀ ਕੋਈ ਹੋਰ ਇਹੋ ਜਿਹਾ ਧਰਮ ਕਰਮ ਜਿਹੜਾ ਪਿੱਛੋਂ ਜਦੋਂ ਕੋਈ ਚਲਾਣਾ ਕਰ ਜਾਂਦਾ ਕਰੀਦਾ, ਇਹ ਨਾ ਹੀ ਇਹ ਕੁਝ ਕਰਦੇ ਆ। ਇਹਨਾਂ ਨੇ ਸਾਰੀ ਜਿਹੜੀ ਜਗਤ ਦੀ ਮਰਿਆਦਾ ਉਹ ਭੰਗ ਕਰ ਦਿੱਤੀ ਆ। ਤੋ ਇੱਕ ਪਾਸੇ ਗੁਰੂ ਸਾਹਿਬ ਦੇ ਵਿਰੁੱਧ ਇਹ ਸ਼ਿਕਾਇਤਾਂ ਕਰਦਿਆਂ ਹੋਇਆਂ ਦਰਸਾਇਆ ਗਿਆ। ਇੰਨਾ ਹੀ ਨਹੀਂ ਕਿ ਜਦੋਂ ਫਿਰ ਗੁਰੂ ਰਾਮਦਾਸ ਮਹਾਰਾਜ ਨੂੰ ਜਦੋਂ ਅਕਬਰ ਦੇ ਕੋਲ ਸ਼ਿਕਾਇਤ ਹੁੰਦੀ ਆ ਮਹਾਰਾਜ ਦੇ ਵਿਰੁੱਧ, ਤਾਂ ਗੁਰੂ ਸਾਹਿਬ ਵੱਲੋਂ ਜੋ ਉਹਨਾਂ ਦਾ ਪੱਖ ਸੁਣ ਲਈ, ਗੁਰੂ ਸਾਹਿਬ ਆਪ ਨਹੀਂ ਗਏ, ਬੁਲਾਵੇ ਤੇ ਗੁਰੂ ਰਾਮਦਾਸ ਮਹਾਰਾਜ ਨੂੰ ਭੇਜਦੇ ਆ। ਔਰ ਗੁਰੂ ਰਾਮਦਾਸ ਮਹਾਰਾਜ ਜਾ ਕੇ ਜਿਹੜਾ ਗੁਰੂ ਘਰ ਦਾ, ਗੁਰੂ ਨਾਨਕ ਦੇ ਦਰ ਦਾ ਘਰ ਦਾ ਜਿਹੜਾ ਪੱਖ ਹੈ ਇਸ ਸੰਬੰਧੀ, ਉਹ ਉਹਦੇ ਸਾਹਮਣੇ ਪੇਸ਼ ਕਰਦੇ ਆ। ਔਰ ਉਹ ਬੜਾ ਜਿਹੜਾ ਕਿ ਸੀਸ ਝੁਕਾਉਂਦਾ, ਉਹ ਇਹਨਾਂ ਪ੍ਰਭਾਵਿਤ ਹੁੰਦਾ ਕਿ ਫਿਰ ਗੁਰੂ ਸਾਹਿਬ ਨੂੰ ਖੁਦ ਮਿਲਣ ਲਈ ਆਉਂਦਾ। ਤੋ ਜਿਸ ਗੁਰੂ ਸਾਹਿਬ ਦੇ ਸਰੀਰਕ ਰੂਪ ਵਿੱਚ ਹੁੰਦੇ ਆ, ਇਹ ਲੋਕ ਐਸਾ ਲਿਖ ਰਹੇ ਆ ਕਿ ਐਸਾ ਵਰਤਾਰਾ ਵਰਤਦਾ ਰਿਹਾ। ਪਰ ਉਹੀ ਜਿਹੜੇ ਸੱਜਣ ਆ, ਫਿਰ ਉਹਨਾਂ ਬਾਰੇ, ਉਸ ਗੁਰੂ ਸਾਹਿਬਾਨ ਬਾਰੇ ਹੀ ਫਿਰ ਐਸਾ ਲਿਖਣ ਲੱਗ ਪਏ ਕਿ ਉਹਨਾਂ ਨੇ ਜਗਤ ਦੀ ਮਰਿਆਦਾ ਰੱਖਣ ਲਈ ਇਸ ਦੀ ਹਦਾਇਤ ਕਰ ਦਿੱਤੀ। ਔਰ ਗੁਰੂ ਸਾਹਿਬ ਜਿਹੜੇ ਉਸ ਸਮੇਂ ਸਰੀਰਕ ਰੂਪ ਵਿੱਚ ਗੁਰੂ ਰਾਮਦਾਸ ਮਹਾਰਾਜ ਮੌਜੂਦ ਆ, ਉਹਨਾਂ ਨੇ ਜਿਹੜਾ ਉਹ ਨਾਲ ਸ਼ਾਮਲ ਆ, ਉਹਨਾਂ ਨੇ ਕੋਈ ਦਖਲਅੰਦਾਜ਼ੀ ਨਹੀਂ ਕੀਤੀ। ਉਹਨਾਂ ਨੇ ਵੀ ਹਾਮੀ ਭਰੀ ਕਿ ਹਾਂ ਜਗਤ ਦੀ ਮਰਿਆਦਾ ਜਾਂ ਕੁਲ ਦੀ ਜਿਹੜੀ ਆ ਉਹਨੂੰ ਇਸੇ ਤਰ੍ਹਾਂ ਨਿਭਾਇਆ ਜਾਏ, ਮਹਾਂਪੁਰਖਾਂ ਦਾ ਫਰਜ਼ ਬਣਦਾ। ਤੋ ਇਹ ਜਿਹੜੇ ਅੰਧ ਵਿਸ਼ਵਾਸ ਨਾਲ ਭਰੀਆਂ ਹੋਈਆਂ ਰੀਤਾਂ ਕੁਰੀਤਾਂ, ਜਿਨ੍ਹਾਂ ਦਾ ਆਧਾਰ ਕੇਵਲ ਤੇ ਕੇਵਲ ਅਗਿਆਨਤਾ, ਬੇਸਮਝੀ, ਜਿਸ ਰਾਹੀਂ ਪ੍ਰੋਧ ਜਮਾਤ ਨੇ ਲੁੱਟ ਖਸੁੱਟ ਮਚਾਈ ਅਤੇ ਅੱਜ ਵੀ ਮਚਾ ਰਹੇ ਆ। ਗੁਰੂ ਸਾਹਿਬ ਨੇ ਇਸ ਨੂੰ ਜਗਤ ਮਰਿਆਦਾ ਦਾ ਨਾਂ ਨਹੀਂ ਦਿੱਤਾ। ਇਹਦੀ ਪਾਲਣਾ ਲਈ ਗੁਰੂ ਸਾਹਿਬ ਨਾ ਪਾਬੰਦ ਸੀ, ਨਾ ਉਹਨਾਂ ਸਿੱਖਾਂ ਨੂੰ ਪਾਬੰਦ ਕੀਤਾ, ਬਲਕਿ ਜਿੱਥੇ ਵੀ ਮਹਾਰਾਜ ਨੇ, ਜਿੱਥੇ ਵੀ ਉਹਨਾਂ ਨੂੰ ਮੌਕਾ ਮਿਲਿਆ, ਇਹਦਾ ਪੁਰਜ਼ੋਰ ਸ਼ਬਦਾਂ 'ਚ ਵਿਰੋਧ ਕੀਤਾ ਤੇ ਗੁਰੂ ਕੇ ਸਿੱਖਾਂ ਨੂੰ ਵੀ ਹਦਾਇਤ ਕੀਤੀ। ਇਸੇ ਲਈ ਜਿਹੜੀ ਵਿਲੱਖਣਤਾ ਸੀ ਉਹ ਗੁਰੂ ਅਮਰਦਾਸ ਮਹਾਰਾਜ ਦੇ ਸਮੇਂ ਜਿਸ ਰੂਪ ਵਿੱਚ ਉਭਰਵੇਂ ਰੂਪ ਵਿੱਚ ਸਾਹਮਣੇ ਆਈ। ਇਸੇ ਲਈ ਇੱਥੇ ਜਿਹੜਾ ਵਿਰੋਧ, ਇਸ ਤੋਂ ਪਹਿਲਾਂ ਜਿਹੜਾ ਵਿਰੋਧ ਆ, ਉਹ ਸਾਨੂੰ ਇਤਿਹਾਸ ਵਿੱਚ ਨਹੀਂ ਮਿਲਦਾ ਕਿ ਜਿਹੜਾ ਸਰਕਾਰੀ ਦਰਬਾਰੇ ਸ਼ਿਕਾਇਤਾਂ ਹੋਈਆਂ ਹੋਣ। ਉਸ ਤਰ੍ਹਾਂ ਜਿਹੜੇ ਲੋਕੀ ਵਿਰੋਧ ਕਰਦੇ ਸੀ, ਵਿਅਕਤੀਗਤ ਤੌਰ ਤੇ ਕੋਈ ਸਮੂਹ ਰੂਪ ਤੇ ਕਰਦੇ ਹੋਣੇ ਆ, ਪਰ ਗੁਰੂ ਅਮਰਦਾਸ ਮਹਾਰਾਜ ਦੇ ਸਮੇਂ ਜਿਹੜਾ ਉਹ ਵਿਰੋਧ ਆ ਉੱਭਰ ਕੇ ਸਾਹਮਣੇ ਆਉਂਦਾ। ਠੀਕ ਹੈ। ਤੋ ਇਸ ਲਈ ਜਿਹੜਾ ਇਤਿਹਾਸ ਵੀ ਜਿਹੜਾ ਐਸਾ ਲਿਖਿਆ ਜ਼ਰੂਰ ਹੈ, ਕੋਈ ਇਨਕਾਰ ਨਹੀਂ ਕਰਦਾ, ਪਰ ਅਸੀਂ ਇਹ ਸੋਚ ਕੇ ਕਿ ਜੀ ਫਲਾਣੇ ਪੁਸਤਕ ਵਿੱਚ ਲਿਖਿਆ ਆ, ਫਲਾਣੇ ਗ੍ਰੰਥ ਵਿੱਚ ਲਿਖਿਆ, ਫਲਾਣੇ ਪ੍ਰਸਿੱਧ ਲੇਖਕ ਨੇ ਲਿਖਿਆ, ਉਹ ਇਹਨੀਆਂ ਪੁਸਤਕਾਂ ਦਾ ਲੇਖਕ ਆ, ਜਾਂ ਇਹਦਾ ਵੱਡਾ ਆਕਾਰੀ ਉਹਨੇ ਪੁਸਤਕ ਤਿਆਰ ਕੀਤਾ, ਗ੍ਰੰਥ ਲਿਖਿਆ। ਤਾਂ ਇਹ ਗੱਲਾਂ ਨੂੰ ਆਧਾਰ ਬਣਾ ਕੇ ਅਸੀਂ ਇਹ ਪ੍ਰਮਾਣਿਤ ਕਰਨ ਦੀ ਕੋਸ਼ਿਸ਼ ਕਰੀਏ ਕਿ ਲਓ ਜੀ ਇਹ ਸੱਚ ਹੀ ਹੋਊਗਾ। ਸਾਡੇ ਲਈ ਇਹਨਾਂ ਗੱਲਾਂ ਦਾ ਕੋਈ ਮੁੱਲ ਨਹੀਂ। ਸਾਡੇ ਲਈ ਜਿਹੜਾ ਮੁੱਲਵਾਨ ਆ ਉਹ ਗੁਰੂ ਕੀ ਬਾਣੀ ਆ, ਗੁਰੂ ਕਾ ਸ਼ਬਦ ਆ, ਗੁਰੂ ਕਾ ਉਪਦੇਸ਼ ਆ। ਤਾਂ ਗੁਰੂ ਕੇ ਉਪਦੇਸ਼ ਜਿਹੜਾ ਉਹ ਸਾਨੂੰ ਇਹੋ ਜਿਹੀ ਸਿੱਖਿਆ ਨਹੀਂ ਦ੍ਰਿੜ ਕਰਾਉਂਦਾ। ਅਸੀਂ ਜਿਹੜੀ ਸੇਧ ਆ, ਗਵਾਹੀ ਆ, ਉਹ ਅਸੀਂ ਇਹੋ ਜਿਹੀਆਂ ਪੁਸਤਕਾਂ ਤੋਂ ਨਹੀਂ ਲੈਣੀ, ਉਹ ਗੁਰੂ ਕੀ ਬਾਣੀ ਚੋਂ ਲੈਣੀ ਆ। ਅਸੀਂ ਵਾਰ-ਵਾਰ ਜਿਹੜੀ ਗੱਲ ਅਸੀਂ ਇਹਨਾਂ ਪ੍ਰੋਗਰਾਮਾਂ ਰਾਹੀਂ ਦੁਹਰਾਈ ਆ ਕਿ ਅਸੀਂ ਸੇਧ ਜਿਹੜੀ ਆ ਉਹ ਕੇਵਲ ਤੇ ਕੇਵਲ ਗੁਰਬਾਣੀ ਵਿੱਚੋਂ ਲੈਣੀ ਆ। ਜੀ ਤੁਸੀਂ ਬਹੁਤ ਵਧੀਆ ਕਿ ਦੱਸਿਆ, ਪਰ ਮੈਂ ਇਸ ਦੇ ਜਿਹੜੇ ਗੁਰਬਾਣੀ ਦੇ ਪੱਖ ਸ਼ਾਇਦ ਅਸੀਂ ਅਗਲੇ ਐਪੀਸੋਡ ਵਿੱਚ ਲਈਏ ਜੀ। ਉਹਨਾਂ ਨਾਲੋਂ ਪਹਿਲਾਂ ਮੈਂ ਇੱਕ ਜਿਹੜਾ ਐਤਕੀ ਦਾ ਟਿੰਨਾ ਟਾਈਮ ਬਚਿਆ ਉਹਦੇ ਵਿੱਚ ਅਸੀਂ ਪਿੰਡ ਭਰਨਾ ਕੀ ਹੁੰਦਾ ਜੀ, ਤਾਂ ਕਿ ਉਹਨੂੰ ਅਗਲੀ ਵਾਰੀ ਅਸੀਂ ਗੁਰਬਾਣੀ ਦੇ ਪੱਖ ਤੋਂ ਵੀ ਗਿਣੀਏ। ਹਾਂਜੀ, ਜਿਹੜਾ ਪਿੰਡ ਜਿਹੜਾ ਹੈਗਾ ਅਸਲ 'ਚ ਇਹ ਜੌਂ ਤੇ ਜਿਹੜੇ ਚੌਲ ਆ, ਪਿੰਡ ਭਰਾ ਜਿਹੜੇ ਆਟੇ ਦਾ ਜਿਹੜਾ ਪਿੰਨਾ ਜਿਹੜਾ ਗੋਲਾ ਜਿਹਾ ਬਣਾ ਕੇ ਅੱਛਾ ਜੀ, ਇਹਨੂੰ ਆਪਣੇ ਪਿਤਰਾਂ ਜਿਹੜੇ ਪੁਰਾਣੀ ਚਲਾਣਾ ਕਰ ਚੁੱਕੇ ਆ ਉਹਨਾਂ ਨੂੰ ਵੀ ਜਿਹੜੇ ਆ ਇਹ ਅਰਪਣ ਕਰਦੇ ਆ। ਉਹ ਫਿਰ ਦੇਖੋ ਇਹ ਉਹਨਾਂ ਦਾ ਵਿਸ਼ਵਾਸ ਆ, ਜਿਹੜੇ ਵੀਰ ਖਾਸ ਤੌਰ ਤੇ ਹਿੰਦੂ ਵੀਰ ਜਿਹੜੇ ਇਹਨਾਂ 'ਚ ਵੀ ਐਸਾ ਵਿਸ਼ਵਾਸ ਆ ਕਿ ਜਦੋਂ ਪ੍ਰਾਣੀ ਦੀ ਡੈਥ ਹੁੰਦੀ ਆ ਤਾਂ ਬੰਦੇ ਦੀ ਡੈਥ ਨਾਲ ਬੰਦਾ ਦਾ ਸਭ ਕੁਝ ਸਮਾਪਤ ਨਹੀਂ ਹੁੰਦਾ। ਉਹ ਮੰਨਦੇ ਆ ਕਿ ਸਰੀਰਕ ਮੌਤ ਤੋਂ ਮਗਰੋਂ ਵੀ ਮਨੁੱਖ ਦੀ ਹੋਂਦ ਕਾਇਮ ਰਹਿੰਦੀ ਆ। ਇਹ ਤਕਰੀਬਨ ਜਿਹੜਾ ਉਹ ਹਰੇ ਧਰਮ ਵਿੱਚ ਐਸਾ ਵਿਸ਼ਵਾਸ ਪਾਇਆ ਜਾਂਦਾ।
ਕਿ ਠੀਕ ਆ ਕਿ ਰੂਪ ਵੱਖਰਾ, ਰੂਪ ਉਹ ਕਿਸੇ ਰੂਪ ਵਿੱਚ ਮੰਨਦਾ, ਕੋਈ ਕਿਸੇ ਹਾਂਜੀ। ਰੂਪ ਵਿੱਚ ਮੰਨਦਾ, ਪਰ ਮੰਨਦੇ ਤਕਰੀਬਨ ਜਿਹੜੇ ਆ ਉਹ ਸਾਰੇ ਹੀ ਆ। ਤੋ ਉਹਨਾਂ ਦਾ ਇਹ ਵਿਸ਼ਵਾਸ ਆ ਕਿ ਜਦੋਂ ਮਨੁੱਖ ਦੀ ਮੌਤ ਹੁੰਦੀ ਆ ਤਾਂ ਜਿਸ ਤਰ੍ਹਾਂ ਜਿਉਂਦੇ ਜੀ ਮਨੁੱਖ ਨੂੰ ਖਾਣ ਪੀਣ ਦੀ ਲੋੜ ਪੈਂਦੀ ਆ, ਇਸੇ ਤਰ੍ਹਾਂ ਮਰਨ ਮਗਰੋਂ ਵੀ ਜੋ ਜ਼ਰੂਰਤਾਂ ਸਾਡੀਆਂ ਜਿਉਂਦੇ ਜੀ ਸੀ, ਤੋ ਮਰਨ ਉਪਰੰਤ ਵੀ ਸਾਨੂੰ ਇਹਨਾਂ ਚੀਜ਼ਾਂ ਦੀ ਲੋੜ ਪੈਂਦੀ ਆ। ਤੋ ਜਿਹੜਾ ਉਹ ਪਿੰਡ ਭਰਾਉਂਦੇ ਆ, ਕਿਉਂਕਿ ਉਹਨਾਂ ਦਾ ਵਿਸ਼ਵਾਸ ਆ ਕਿ 1 ਸਾਲ ਲੱਗਦਾ ਜਿਹੜਾ ਬਾਦ ਜਿੰਦਾ ਜਿਹੜਾ ਚਾਹੇ ਕਰਦਾ, ਜਿਹਦੀ ਮੌਤ ਹੁੰਦੀ ਆ, ਉਹਨੂੰ ਅਗਲੇ ਲੋਕ ਵਿੱਚ ਪਹੁੰਚਣ ਲਈ 1 ਸਾਲ ਲੱਗਦਾ, 1 ਵਰ੍ਹਾ ਲੱਗਦਾ। ਤੋ ਇਸ ਲਈ ਜਿਹੜੇ ਉਹ ਪਿੰਡ ਵਿੱਚ ਭਰਾਏ ਜਾਂਦੇ ਆ, ਇਸ ਲਈ ਤਾਂ ਕਿ ਰਸਤੇ ਵਿੱਚ ਜਦੋਂ ਭੁੱਖ ਲੱਗਦੀ ਆ ਤਾਂ ਇਹਨਾਂ ਪਿੰਡਾਂ ਰਾਹੀਂ ਜਿਹੜੇ ਪਿੰਡ ਭਰਾਏ ਜਾਂਦੇ ਆ, ਇਹਨਾਂ ਰਾਹੀਂ ਉਹਦੀ ਇਹ ਭੁੱਖ ਮਿਟੂਗੀ, ਦੂਰ ਹੋਊਗੀ। ਕਿ ਇੱਕ ਪੇੜਾ ਸਾਲ ਲਈ ਪੂਰਾ ਹੋ ਜਾਏਗਾ ਉਸ ਇਸ ਲਈ ਨਹੀਂ ਉਹਨੇ ਦਿੱਤੇ ਜਾਂਦੇ ਆ ਜਿਹੜੇ ਉਹ ਜਿਹੜੇ ਤੇ ਜਿਹੜਾ ਦੀਵੇ ਵੀ ਲਗਾਏ ਜਾਂਦੇ ਆ। ਦੀਵਿਆਂ ਦਾ ਵੀ ਮਕਸਦ ਹੈਗਾ ਕਿ ਅੱਗੇ ਬੜਾ ਹਨੇਰਾ, ਤੋ ਦੀਵਾ ਜਿਹੜਾ ਇਹ ਚਾਨਣਾ ਕਰਦਾ। ਜੇ ਦੀਵਾ ਹੀ ਨਹੀਂ ਜਗਾਏ ਜਾਣਗੇ ਤਾਂ ਫਿਰ ਉਹ ਹਨੇਰੇ ਵਿੱਚ ਜਿਹੜਾ ਉਹ ਭਟਕਦਾ ਰਹੂਗਾ, ਉਹਨੂੰ ਰਾਹ ਦਿਖਾਈ ਨਹੀਂ ਦੇਊਗਾ। ਇਸ ਲਈ ਦੀਵੇ ਜਗਾਉਣ ਪਿੱਛੇ ਜਿਹੜੀ ਭਾਵਨਾ, ਮਕਸਦ ਆ, ਉਹ ਇਹੀ ਆ ਕਿ ਉਹਦੇ ਰਾਹ ਵਿੱਚ ਚਾਨਣਾ ਹੋਵੇ। ਤੇ ਜਿਹੜੇ ਪਿੰਡ ਜਿਹੜੇ ਹੈਗੇ ਆ, ਇੱਕ ਤਾਂ ਭਰਾਏ ਜਾਂਦੇ ਆ ਜਦੋਂ ਮਨੁੱਖ ਦੀ ਮੌਤ ਹੁੰਦੀ ਆ, ਫਿਰ ਜਿਹੜਾ ਸਾਰਾ ਸਾਲ ਜਿਹੜੇ ਆ ਉਹ ਭਰਾਏ ਜਾਂਦੇ ਆ, ਕੀਤੇ ਜਾਂਦੇ ਆ। ਇਸ ਤੋਂ ਇਲਾਵਾ ਫਿਰ ਜੇ ਕਿਸੇ ਦੀ ਜਿਹੜੀ ਗਤੀ ਨਹੀਂ ਹੁੰਦੀ, ਕਿਰਾ ਮੰਨਦੇ ਵੀ ਕਿਸੇ ਦੀ ਗਤੀ ਨਹੀਂ ਹੋਈ, ਤਾਂ ਉਚੇਚੇ ਤੌਰ ਤੇ ਗਿਆ ਅਤੇ ਕੁਝ ਹੋਰ ਜਿਹੜੇ ਸਥਾਨ ਆ, ਇਹਨਾਂ ਦੇ ਪਵਿੱਤਰ ਸਥਾਨ ਆ, ਉੱਥੇ ਜਾ ਕੇ ਪਿੰਡ ਭਰਾਉਂਦੇ ਆ। ਉਸ ਪਿੰਡ ਭਰਾਉਣ ਦਾ ਜਿਹੜਾ ਮਕਸਦ ਆ, ਉਹਦੀ ਗਤੀ ਲਈ ਹੁੰਦਾ। ਉਹ ਸਮਝਦੇ ਆ ਕਿ ਹੁਣ ਜਿਹੜੀ ਉਹਦੀ ਹੁਣ ਗਤੀ ਹੋ ਗਈ ਆ, ਹੁਣ ਪਿੰਡ ਭਰਾਉਣ ਦੀ ਲੋੜ ਨਹੀਂ। ਇਹ ਉਹਨਾਂ ਦਾ ਆਪਣਾ ਵਿਸ਼ਵਾਸ ਜਿਹੜਾ ਬਣਿਆ ਹੋਇਆ, ਜਿਸ ਵਿਸ਼ਵਾਸ ਦਾ ਅਧੀਨ ਉਹ ਐਸਾ ਕਰਮ ਕਰਦੇ ਆ। ਭਾਵੇਂ ਦਿਨ ਪ੍ਰਤੀ ਦਿਨ ਜਿਹੜਾ ਇਹਦੇ ਵਿੱਚ ਜਿਹੜਾ ਉਹ ਰੂਪ ਹੁਣ ਸਾਨੂੰ ਜ਼ਿਆਦਾ ਦੇਖਣ ਨੂੰ ਨਹੀਂ ਮਿਲਦਾ, ਪਰ ਫਿਰ ਵੀ ਅੰਸ਼ਮੰਤ ਜਿਹੜਾ ਉਹਨਾਂ ਵੀਰਾਂ ਵਿੱਚ ਅੱਜ ਵੀ ਪ੍ਰਚਲਿਤ ਆ। ਪਰ ਕਿਉਂਕਿ ਗੁਰੂ ਸਾਹਿਬਾਨ ਜਿਸ ਸਮੇਂ ਸਰੀਰਕ ਰੂਪ ਵਿੱਚ ਵਿਚਰ ਰਹੇ ਸੀ, ਜੇ ਉਦਾਹਰਨ ਵਜੋਂ ਗੁਰੂ ਨਾਨਕ ਸਾਹਿਬ, ਤਾਂ ਗੁਰੂ ਨਾਨਕ ਸਾਹਿਬ ਦਾ ਜਿਨ੍ਹਾਂ ਨਾਲ ਵਾਹ ਪਿਆ ਤਾਂ ਉਹ ਸਿੱਖ ਨਹੀਂ ਸੀ। ਇਹ ਸਾਨੂੰ ਗੱਲ ਧਿਆਨ ਰੱਖਣ ਦੀ ਲੋੜ ਆ, ਕਿਉਂਕਿ ਸਵਾਲ ਵੀ ਇਹ ਹੁੰਦਾ ਕਿ ਜੀ ਫਿਰ ਇਹ ਕਹਿਣ ਦੀ ਵਰਤਨ ਦੀ ਸ਼ਬਦ ਵਰਤਨ ਦੀ ਲੋੜ ਕੀ ਸੀ। ਲੋੜ ਇਸ ਲਈ ਸੀ ਕਿ ਜਿਨ੍ਹਾਂ ਨਾਲ ਗੱਲ ਹੋ ਰਹੀ ਆ, ਜਿਨ੍ਹਾਂ ਨੂੰ ਸਮਝਾਇਆ ਜਾ ਰਿਹਾ, ਉਹ ਸਿੱਖ ਨਹੀਂ ਸੀ। ਉਹਨਾਂ ਵਿੱਚ ਕੋਈ ਹਿੰਦੂਆਂ ਦੇ ਜਿਹੜੇ ਵੱਖੋ ਵੱਖਰੇ ਜਿਹੜੇ ਸੈਕਟ ਆ, ਜਿਹੜੀਆਂ ਸੰਪਰਦਾਵਾਂ, ਉਹ ਉਹਨਾਂ ਨਾਲ ਸੰਬੰਧਿਤ ਸੀ, ਫਿਰ ਦੂਜੇ ਧਰਮਾਂ ਦੇ ਸੀ। ਇਸ ਲਈ ਗੁਰਬਾਣੀ ਵਿੱਚ ਖਾਸ ਤੌਰ ਤੇ ਗੁਰੂ ਨਾਨਕ ਸਾਹਿਬ ਦੀ ਬਾਣੀ ਸਾਨੂੰ ਦੇਖਣ ਨੂੰ ਮਿਲੂਗੀ ਕਿ ਜੇਕਰ ਗੁਰੂ ਸਾਹਿਬ ਜੋਗੀਆਂ ਨਾਲ ਗੱਲ ਕਰਦੇ ਆ, ਤਾਂ ਜੋਗੀਆਂ ਦਾ ਜਿਹੜਾ ਵਿਸ਼ਵਾਸ ਆ, ਬਿਲੀਫ ਸਿਸਟਮ ਬਣਿਆ ਹੋਇਆ, ਉਹਨਾਂ ਵਿੱਚ ਜਿਹੜੀ ਸ਼ਬਦਾਵਲੀ ਵਰਤੀ ਜਾਂਦੀ ਆ, ਗੁਰੂ ਨਾਨਕ ਸਾਹਿਬ ਨੇ ਉਹ ਸ਼ਬਦਾਵਲੀ ਵਰਤੀ ਹੋਈ ਆ। ਜੇ ਸੰਨਿਆਸੀਆਂ ਨਾਲ ਗੱਲ ਹੋ ਰਹੀ ਆ ਤਾਂ ਉਹਨਾਂ ਦੀ ਸ਼ਬਦਾਵਲੀ ਆ, ਜੇ ਕੋਈ ਮੁਸਲਮਾਨ ਵੀਰ ਨਾਲ ਗੱਲ ਹੋ ਰਹੀ ਆ ਤਾਂ ਉਹਨਾਂ ਦੇ ਵਿਸ਼ਵਾਸ ਤਾਂ ਇਸਲਾਮਿਕ ਸ਼ਬਦਾਵਲੀ ਦੀ ਪਰਮਾਰ ਮਿਲੂਗੀ। ਪਰ ਜਿਹੜੀ ਗੱਲ ਆਖੀ ਆ, ਗੱਲ ਕੋਈ ਵੱਖਰੀ ਨਹੀਂ ਆਖੀ, ਗੱਲ ਉਹੀ ਆਖੀ, ਉਹੀ ਸਮਝਾਈ ਆ, ਉਹੀ ਦ੍ਰਿੜ ਕਰਵਾਈ ਆ ਜੋ ਜੋਗੀ ਨੂੰ ਆਖੀ ਆ, ਸੰਨਿਆਸੀ ਨੂੰ ਆਖੀ ਆ, ਵੈਰਾਗੀ ਨੂੰ ਆਖੀ ਆ, ਚਾਹੇ ਉਹ ਇਸਲਾਮ ਦੇ ਪੈਰੋਕਾਰ ਨੂੰ ਆਖੀ ਆ। ਭਾਵੇਂ ਉਹ ਕਿਸੇ ਜੈਨ ਨਾਲ ਗੱਲ ਹੋ ਰਹੀ ਆ, ਸ਼੍ਰੇਵੜੀ ਨਾਲ ਗੱਲ ਹੋ ਰਹੀ ਆ, ਜਿਹੜਾ ਸੱਚ ਦ੍ਰਿੜ ਕਰਵਾਇਆ ਉਹ ਇੱਕੋ ਸੀ, ਪਰ ਉਹਨੂੰ ਜਿਹੜਾ ਪੁਸ਼ਾਕਾ ਪਹਿਨਾਇਆ ਗਿਆ ਸ਼ਬਦਾਂ ਦਾ, ਉਹ ਜਿਹੜਾ ਸੀ ਉਹ ਉਹਨਾਂ ਦੇ ਅਨੁਕੂਲ ਸੀ। ਤੋ ਸਿੱਖ ਤਾਂ ਉਹ ਬਣੇ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੀ ਗੱਲ ਨੂੰ ਸੁਣਿਆ, ਮੰਨਿਆ, ਵਿਚਾਰਿਆ, ਔਰ ਫਿਰ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਰਸਤੇ ਨੂੰ ਅਪਣਾਇਆ, ਉਹ ਸਿੱਖ ਅਖਵਾਏ। ਤੋ ਇਸ ਲਈ ਜਿਨ੍ਹਾਂ ਨਾਲ ਗੱਲ ਹੋ ਰਹੀ ਆ, ਉਹ ਲੋਕ ਇੱਕ ਮੰਨੀ ਬੈਠੇ ਸੀ, ਮੰਨਦੇ ਸੀ, ਅੱਜ ਵੀ ਲੋਕ ਮੰਨਦੇ ਆ। ਤੋ ਇਸ ਲਈ ਜਿਹੜੀ ਬਾਣੀ ਵਿੱਚ ਇਹ ਸ਼ਬਦਾਵਲੀ ਤੇ ਸਾਨੂੰ ਆਮ ਮਿਲਦੀ ਆ, ਉਹ ਮਿਲਣ ਦਾ ਕਾਰਨ ਜਿਹੜਾ ਉਹ ਇਹੀ ਆ ਜੀ। ਅਸੀਂ ਅੱਜ ਜਦੀ ਇੱਥੇ ਸੰਕੋਚਾਂਗੇ ਮੈਂ, ਕਿਉਂਕਿ ਇਹਨੂੰ ਅਗਲਾ ਜਿਹੜਾ ਪੋਰਸ਼ਨ ਹੈ ਉਹ ਇਹ ਹੈ ਕਿ ਸੱਧ ਬਾਣੀ ਵਿੱਚ ਇਹਨਾਂ ਕਿਰਿਆਂ ਦਾ ਗੁਰਬਾਣੀ ਵਿੱਚ ਇਹ ਸਾਰੀਆਂ ਲਿਖੀਆਂ ਹੋਈਆਂ ਜੀ। ਸੋ ਮੈਂ ਉਹ ਸਾਰਾ ਤੁਹਾਡੇ ਕੋਲ ਨੈਕਸਟ ਐਪੀਸੋਡ ਵਿੱਚ ਪੁੱਛਾਂਗਾ ਜੀ। ਸੋ ਇਸ ਵਿੱਚ ਅਸੀਂ ਹਿਸਟੋਰੀਕਲ ਪੱਖ ਜਿਹੜਾ ਹੈ ਕਪਾਲ ਕਿਰਿਆ ਦਾ ਜਾਂ ਪਿੰਡ ਭਰਨੇ ਦਾ ਉਹ ਲਿੱਤਾ, ਔਰ ਮੇਰੇ ਖਿਆਲ ਦਰਸ਼ਕਾਂ ਨੂੰ ਇਸ ਬਾਰੇ ਹਿਸਟੋਰੀਕਲ ਪੱਖ ਬਾਰੇ ਸਾਰਾ ਕਲੀਅਰ ਹੋ ਗਿਆ ਹੋਏਗਾ। ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਸਾਰਾ ਕੁਝ ਦੱਸਣ ਲਈ। ਸੋ ਅਸੀਂ ਸਾਰੇ ਦਰਸ਼ਕਾਂ ਨੂੰ ਰਿਕੁਐਸਟ ਫਿਰ ਤੋਂ ਕਰਦੇ ਹਾਂ, ਨੂੰ ਲਾਈਕ ਕਰਿਆ ਕਰੋ, ਸ਼ੇਅਰ ਕਰਿਆ ਕਰੋ ਤੇ ਅੱਗੇ ਕਰਿਆ ਕਰੋ। ਭਾਈ ਸਾਹਿਬ ਤੁਹਾਨੂੰ ਵੀ ਤੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।